पंजाब गौरमेंट ट्रांसपोर्ट वर्कर्स यूनियन ਏਟਕ ਵੱਲੋਂ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 34ਵੀਂ ਬਰਸੀ ਬੱਸ ਸਟੈਂਡ ਮੋਗਾ ਵਿਖੇ ਮਨਾਈ ਗਈ। ਬਰਸਨੀ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਕਾਮਰੇਡ ਵਿਦਿਆ ਸਾਗਰ ਗਿਰੀ ਸਕੱਤਰ ਆਲ ਇੰਡੀਆ ਏਟਕ ਨੇ ਕਿਹਾ ਕਿ ਅੱਜ ਦੇਸ਼ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ ਦੀ ਆਰਥਿਕਤਾ ਦਿਨੋਂ ਦਿਨ ਡਾਵਾਂਡੋਲ ਹੋ ਰਹੀ ਹੈ। ਪਬਲਿਕ ਅਦਾਰਿਆਂ ਨੂੰ ਸਰਕਾਰਾਂ ਵੱਲੋਂ ਆਪਣੇ ਚਹੇਤਿਆਂ ਕਾਰਪੋਰੇਟ ਅਦਾਰਿਆਂ ਕੋਲ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਦੇਸ਼ ਅੰਦਰ ਘੱਟ ਗਿਣਤੀਆਂ ਉੱਪਰ ਸੋਚੀ ਸਮਝੀ ਸਾਜ਼ਿਸ਼ ਤਹਿਤ ਹਮਲੇ ਹੋ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਲੋਕ ਦੋਖੀ ਤਾਕਤਾਂ ਖਿਲਾਫ ਇਕਜੁੱਟਤਾ ਨਾਲ ਸੰਘਰਸ਼ ਕਰਨ ਦੀ ਲੋੜ ਹੈ। ਕਾਮਰੇਡ ਬੰਦ ਸਿੰਘ ਬਰਾੜ ਅਤੇ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਮਜ਼ਦੂਰਾਂ ਮੁਲਾਜ਼ਮਾਂ ਦੇ ਭਲੇ ਲਈ ਲੰਮੇ ਸੰਘਰਸ਼ ਅਤੇ ਸ਼ਹਾਦਤਾਂ ਦੇ ਕੇ ਜੋ ਕਾਨੂੰਨ ਬਣਵਾਏ ਸਨ ਉਹ ਮੋਦੀ ਸਰਕਾਰ ਵੱਲੋਂ ਨਵੇਂ ਲੇਬਰ ਕੋਡ ਦੇ ਨਾਮ ਹੇਠ ਲਾਗੂ ਕੀਤੇ ਜਾ ਰਹੇ ਹਨ ਜੋ ਕਾਰਪੋਰੇਟਰਾਂ ਦੇ ਹੱਕ ਵਿੱਚ ਜਾਂਦੇ ਹਨ। ਪੰਜਾਬ ਵਿੱਚ ਨਵੀਂ ਬਣੀ ਸਰਕਾਰ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਸਨ, ਪਰ ਮੁਲਾਜ਼ਮ ਅਤੇ ਪੈਨਸ਼ਨਰਾਂ ਦਾ ਬਣਦਾ ਡੀਏ ਤੇ ਪੇ ਕਮਿਸ਼ਨ ਦੇ ਬਕਾਏ ਬਾਰੇ ਸਰਕਾਰ ਨੇ ਚੁੱਪ ਧਾਰੀ ਹੋਈ ਹੈ। ਕਾਮਰੇਡ ਜਗਰੂਪ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਕੇਵਲ ਵੋਟਾਂ ਸਮੇਂ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਨੂੰ ਉਭਾਰਦੀਆਂ ਹਨ, ਪਰ ਸਰਕਾਰ ਬਣਨ ਦੇ ਨਾਲ ਹੀ ਇਹਨਾਂ ਅਹਿਮ ਮੁੱਦਿਆਂ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਂਦਾ ਹੈ। ਸਰਕਾਰਾਂ ਬੇਰੁਜ਼ਗਾਰੀ ਨੂੰ ਹੀ ਆਪਣੇ ਸੌੜੇ ਰਾਜਨੀਤਿਕ ਹਿੱਤਾਂ ਲਈ ਵਰਤ ਕੇ ਲੋਕਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰ ਰਹੀਆਂ ਹਨ। ਜਥੇਬੰਦੀ ਦੇ ਸਰਪ੍ਰਸਤ ਕਾਮਰੇਡ ਗੁਰਦੀਪ ਮੋਤੀ, ਗੁਰਜੀਤ ਸਿੰਘ ਘੋੜੇਵਾਲ ਅਤੇ ਅਵਤਾਰ ਤਾਰੀ ਨੇ ਸਾਂਝੇ ਤੌਰ ਤੇ ਕਿਹਾ ਕਿ ਨਵੀਂ ਸਰਕਾਰ ਬਦਲਾਅ ਦੇ ਨਾਮ ਤੇ ਹੋਂਦ ਵਿੱਚ ਆਈ ਹੈ, ਪਰ ਇਸ ਸਰਕਾਰ ਦੇ ਆਉਣ ਤੋਂ ਬਾਅਦ ਟਰਾਂਸਪੋਰਟ ਮਹਿਕਮਾ ਹੋਰ ਵੀ ਨਿਗਾਰ ਵੱਲ ਜਾ ਰਿਹਾ ਹੈ। ਭ੍ਰਿਸ਼ਟਾਚਾਰ ਪਹਿਲਾਂ ਵਾਂਗ ਹੀ ਜਾਰੀ ਹੈ। ਡਿਪੂਆਂ ਵਿੱਚ ਬੱਸਾਂ, ਤੇਲ, ਮਾਮੂਲੀ ਸਪੇਅਰ ਪਾਰਟਸ ਅਤੇ ਪਾਸਿੰਗ ਵੱਲੋਂ ਹੀ ਰੁਕੀਆਂ ਖੜੀਆਂ ਹਨ। ਵਰਸੀ ਸਮਾਗਮ ਮੌਕੇ ਹਰ ਸਾਲ ਦੀ ਤਰ੍ਹਾਂ ਧਾਲੀਵਾਲ ਯਾਦਗਾਰੀ ਡਾਇਰੀ 2023 ਜਾਰੀ ਕੀਤੀ ਗਈ। ਰੋਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਮੋਗਾ ਦੀ ਟੀਮ ਵੱਲੋਂ ਨਾਟਕ ਅਤੇ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਸਟੇਜ ਸਕੱਤਰ ਦੀ ਭੂਮਿਕਾ ਕਾਮਰੇਡ ਜਗਦੀਸ਼ ਚਾਹਲ ਨੇ ਬਾਖੂਬੀ ਨਿਭਾਈ। ਪੰਜਾਬ ਗਲੋਬਲ ਲਈ ਮੋਗਾ ਤੋਂ ਇਕਬਾਲ ਖਹਿਰਾ ਤੇ ਭੁਪਿੰਦਰ ਸੇਖੋਂ ਦੀ ਰਿਪੋਰਟ।
मैं गुरदीप सिंह मोती जी सरपरस्त पंजाब रोडवेज मुलाजमानी यूनियन का। ये असी शहीद नछत्र सिंह ढालीवाल की 34ਵੀਂ बरसी अज मना रहे हैं, जिन्होंने अज 34 साल पहला उस वेले का जिन्हों काला दौर कह लें अतवादी शक्तियां ने साडे कोलों एक बहुत ही होनहार जिन्हों कह दईए आने वाले समय जी कल्ले साडे रोडवेज कह दईए जां मुलाजम वर्ग नूं जरूरत नहीं सी, जिहड़ी आने वाली गरीब बसों आवाम नूं उहदी जरूरत सी, सातों खो लिया सी। इहदी इंपोर्टेंस नूं मुख रखदिआं होए उन्हां दी जिस ढंग दा उहदा दा सादा जीवन ईमानदार जीवन ਉਹਦੇ ਵਿੱਚ ਆਪਣੇ किस्म की कुदरती कला कह दईए नैगोसीएशन की कला स्टेज के धनी होने की कला हर किस्म की जी उन्होंने बेसिक ही कुट कुट के ईमानदारी भरी हुई उन्होंने रोडवेज के रिटायरी मुलाजम तो जोड़े आने वाले मुलाजम जोड़े नहीं भी जानते ये हमेशा उन्होंने याद करते हैं और वो पाए पूरनिया के उत्ते जोड़े ईमानदारी नाल पब्लिक सैक्टर की राखी करना ਜਾਂ जो भी मुलाजमान के मसले आ कल्ले उन्होंने तक सीमित ना रह के जिस ढंग की अज सारे देश के अंदर जिहियां आर्थिक पालिसियां लिआंदियां जा रही जिमें लोगों का रहन सहन दुभर किया जा रहा है, जिस ढंग नाल जे तां असीं बतौर मुलाजम सोचते हैं जिहड़ी ठेकेदारी प्रणाली है इन्हें साडी नौजवानी का भविख बुरे तरीके दे नाल धुंधला ही नहीं जे कह दईए तबाह करके रख दिता। ठेकेदारी प्रणाली जिहड़ी भर्ती की जा रही है, कॉन्ट्रैक्ट लेबर है, डेली वेज सिस्टम है, किसी मुलाजमान नूं पक्के ही ना करे उन्होंने ब्याह तो बाद उन्होंने कहे जे परिवारों के जीवन आने वाले समय कहे जी आर्थिक स्थिति होगी। अज देश बुरे पासे नूं जा रहा है। इन्हां अलामतां दे खिलाफ ही शहीद नछत्र सिंह ढालीवाल जिथे लड़दा भी रहा तो साडे मुलाजम वर्ग नूं मजदूरां नूं गाइड भी करता रहा। अज ये बरसी असीं मना रहे हैं। अज कल्ले ठेकेदार प्रणाली का सवाल है, 1-1-4 तो पेनशन बंद कर दी सी पुराने मुलाजम जोड़े साडे उस वेले की अटल बिहारी वाजपेयी सरकार ने अज जिस ढंग दीयां स्कीमां मिलटरी दे विच भर्ती दे विच 4-4 साल वास्ते लिया के किस ढंग नाल एक अग दे विच झोकण वाले ਜਿਹੜੇ नौजवान है ਜਿਹੜੇ ਉਹਨਾਂ ਦਾ ਵੀ 4 साल बाद घर ਨੂੰ ਤੋਰ ਦਿਓ, ਕੋਈ ਨੌਕਰੀ ਦੀ ਗਾਰੰਟੀ ਨਾ ਹੋਵੇ। ਦੇਸ਼ ਬੁਰੇ ਤਰੀਕੇ ਦੇ ਨਾਲ ਦੇਸ਼ ਦੀ ਜਵਾਨੀ ਜਿਹੜੀ ਹੈ ਖਾਸ ਕਰਕੇ ਉਹਨਾਂ ਦਾ ਬਹੁਤ ਹੀ ਖਤਰਨਾਕ ਵਾਲੇ ਪਾਸੇ ਨੂੰ ਭਵਿੱਖ ਜਾ ਰਿਹਾ। ਇਹਦੇ ਵਿੱਚੋਂ ਹੀ ਦੌੜ ਨਿਕਲ ਰਹੀ ਹੈ ਜਿਹੜੀ ਪ੍ਰਵਾਸ ਦੀ ਜਿਹਨੂੰ ਅਸੀਂ ਕਹਿ ਦਈਏ ਬਾਹਰਲੇ ਮੁਲਕਾਂ ਦੇ ਵਿੱਚ। ਅੱਜ ਜਿਵੇਂ ਪੰਜਾਬ ਨੂੰ ਭਾਰਤ ਨੂੰ ਜਿਹੜਾ ਇੱਥੇ ਜਨਮ ਲੈਂਦਾ ਬੱਚਾ ਇਹ ਸਮਝਣ ਲੱਗ ਗਿਆ ਕਿ ਪੰਜਾਬ ਦੇ ਅੰਦਰ ਜੇ ਜਨਮ ਲਿਆ ਜਿਵੇਂ ਕੋਈ ਪਾਪ ਕਰ ਲਿਆ। ਇੱਥੇ ਜਿਹੜੀ ਕਿਸੇ ਵੇਲੇ ਪੰਜਾਬ ਦੀ ਧਰਤੀ ਜਿਹਨੂੰ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਬਹੁਤ ਹੀ ਕਮਾਊ ਧਰਤੀ ਜਿਹਨੂੰ ਕਹਿੰਦੇ ਸੀ, ਇੱਥੇ ਰਹਿਣਾ ਕੋਈ ਪਸੰਦ ਨਾ ਕਰੇ। ਮੈਂ ਤਾਂ ਇਹ ਕਹਿਣਾ ਹੈ ਕਿ ਇੱਥੋਂ ਦੀਆਂ ਹਕੂਮਤਾਂ ਜਿਹੜੀਆਂ ਪਿਛਲੇ 25-30 ਸਾਲ ਦਾ ਰਾਜ ਪ੍ਰਬੰਧ ਚੱਲਿਆ ਜਿਹਦੇ ਵਿੱਚ ਉਹ ਅਕਾਲੀ ਬੀਜੇਪੀ ਦੀ ਸਰਕਾਰ ਹੋਵੇ ਕਾਂਗਰਸ ਦੀ ਸਰਕਾਰ ਹੋਵੇ, ਇਹਨਾਂ ਦੇ ਕਿਵੇਂ ਆਪਦੇ ਘਰ ਕਰੋੜਪਤੀ ਤੋਂ ਅਰਬਾਂ ਪਤੀਆਂ ਵਾਲੇ ਪਾਸੇ ਨੂੰ ਤਾਂ ਨੂੰ ਇਹਨਾਂ ਦੀਆਂ ਆਮਦਨਾਂ ਵਧੀਆਂ। ਇਹਨਾਂ ਨੇ ਪੁੱਤ ਧੀ ਆਪਦੇ ਕੈਨੇਡਾ ਅਮਰੀਕਾ ਇੰਗਲੈਂਡਾਂ ਤੋਂ ਵਾਪਸ ਸੱਦ ਕੇ ਇੱਥੇ ਲੁੱਟ ਮਾਰ ਦੇ ਉੱਤੇ ਸਾਰੇ ਇਸ ਧੰਦੇ ਦੇ ਵਿੱਚ ਕਰਪਸ਼ਨ ਦੇ ਵਿੱਚ ਲਾ ਲਏ। ਤੇ ਅਸੀਂ ਜਿਹੜੇ ਲੋਕ ਆ ਥੱਲੇ ਵਾਲੇ ਲੋਕ ਆ ਜੇ ਕਿਸੇ ਦਾ ਪੁੱਤ ਧੀ ਕੈਨੇਡਾ ਇੰਗਲੈਂਡ ਅਮਰੀਕਾ ਕਿਤੇ ਮਤਲਬ ਨਿਊਜ਼ੀਲੈਂਡ ਆਸਟ੍ਰੇਲੀਆ ਜਾ ਰਹਿੰਦਾ ਅਸੀਂ ਖੰਡ ਪਾਠ ਕਰਾਉਂਦੇ ਆ, ਤਰ੍ਹਾਂ ਤਰ੍ਹਾਂ ਦੇ ਆਪਦੇ ਪੁੰਨਦਾਨ ਕਰਦੇ ਆ ਕਿ ਅਸੀਂ ਰੋਟੀ ਪੈ ਗਏ ਆਉਣ ਵਾਲੇ ਸਮੇਂ ਦੇ ਵਿੱਚ। ਪਰ ਸਾਡੇ ਇਹਨਾਂ ਆਗੂਆਂ ਨੇ ਕਰੋੜਾਂ ਪਤੀ ਤੋਂ ਅਰਬਾਂ ਪਤੀ ਵਾਲੇ ਪਾਸੇ ਨੂੰ ਜਾਇਦਾਦਾਂ ਬਣਾਈਆਂ। ਪਰ ਆਪ ਜਿਹੜਾ ਆਵਾਮ ਹੈ ਜਿਹੜਾ ਸਾਰਾ ਉਹ ਕਿਸਾਨੀ ਹੋਵੇ, ਛੋਟਾ ਖੇਤ ਮਜ਼ਦੂਰ ਹੋਵੇ, ਉਹ ਬਹੁਤ ਕੁਆਲੀਫਾਈਡ ਬੱਚੇ ਜਦੋਂ ਆਤਮ ਹੱਤਿਆਵਾਂ ਵਾਲੇ ਪਾਸੇ ਨੂੰ ਨਸ਼ਿਆਂ ਵਾਲੇ ਪਾਸੇ ਨੂੰ ਵੱਧ ਰਹੇ ਆ। ਇਹ ਸਾਰਾ ਜਿਹੜਾ ਸਿਸਟਮ ਇਹ ਸਰਕਾਰਾਂ ਦੇ ਕੇ ਗਈਆਂ बहुत वड्डी एक खतरनाक अलामत खड़ी करके गई हैं। ਉਹਦਾ ਸਿੱਟਾ ਸਾਰਾ ਕੁਝ ਅਸੀਂ ਸਮਝਦੇ ਹਾਂ। ਅਸੀਂ ਇਹ ਵੀ ਸਮਝਦੇ ਹਾਂ ਉਹ ਨਛੱਤਰ ਸਿੰਘ ਢਾਲੀਵਾਲ ਇਹ ਗੱਲਾਂ ਤੇ ਜਿਹੜੀਆਂ ਗਾਈਡ ਕਰਦਾ ਰਿਹਾ ਕਿ ਸੰਗਠਿਤ ਹੋ ਕੇ ਇਹਨਾਂ ਅਲਾਮਤਾਂ ਨੂੰ ਦੂਰ ਕੀਤਾ ਜਾ ਸਕਦਾ। ਅਸੀਂ ਉਹਨਾਂ ਨੂੰ ਯਾਦ ਵੀ ਕਰਦੇ ਹਾਂ ਔਰ ਜਿਹੜਾ ਉਹਨਾਂ ਦਾ ਨਾਅਰਾ ਦਿੱਤਾ ਜਿਸ ਢੰਗ ਦੀਆਂ ਜਿਹੜੀਆਂ ਬੁਰਾਈਆਂ ਆ ਰਹੀਆਂ ਇਹਦੇ ਖਿਲਾਫ ਆਉਣ ਵਾਲੇ ਸਮੇਂ ਦੇ ਵਿੱਚ ਲੜਾਈ ਦਾ ਅਸੀਂ ਬਿਗਲ ਜਿਹੜਾ ਵਜਾਉਂਦੇ ਹਾਂ ਜਾਂ ਉਹਦੇ ਵਿੱਚ ਹਿੱਸਾ ਪਾਉਣ ਦਾ ਅੱਜ ਪਰਨ ਕਰਕੇ ਜਾਂਦੇ ਆ। ਇੱਥੋਂ ਸਮੁੱਚੇ ਰੋਡਵੇਜ ਦੇ ਹੋਰ ਮਹਿਕਮੇ ਦੇ ਕੰਮ ਕਰਦੇ ਮੁਲਾਜ਼ਮ, ਠੇਕਾਦਾਰ ਪ੍ਰਣਾਲੀ ਦੇ ਵਿੱਚ ਕੰਮ ਕਰਦੇ ਮੁਲਾਜ਼ਮ ਕਿਵੇਂ ਰੈਗੂਲਰ ਕਰਨੇ ਆ, ਸਾਰੇ ਇੱਕ ਪਰਨ ਕਰਕੇ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਆ ਰਹੀਆਂ ਉਹਨਾਂ ਦੇ ਖਿਲਾਫ ਆਉਣ ਵਾਲੇ ਕਿਸਮ ਦਾ ਇੱਕ ਇਸ ਵਰਸੀ ਨੂੰ ਇਕੱਲਾ ਅਸੀਂ ਉਹਨਾਂ ਨੂੰ ਯਾਦ ਹੀ ਨਹੀਂ ਕਰਦੇ, ਇੱਕ ਬਿਗਲ ਵਜਾ ਕੇ ਜਾਂਦੇ ਆ ਕਿ ਆਉਣ ਵਾਲੇ ਸਮੇਂ 'ਚ ਅਸੀਂ ਆਪਦੇ ਆਵਾਮ ਦੀ ਖਾਤਰ ਲੜਾਂਗੇ
ਔਰ ਉਹ ਇਹੀ ਪਰਨ ਸਾਡਾ ਇਸ ਵਰਸੀ ਤੋਂ ਹੁੰਦਾ। ਮੈਂ ਨਰਮਲ ਸਿੰਘ ਧਾਲੀਵਾਲ, ਜਨਰਲ ਸਕੱਤਰ ਪੰਜਾਬ AITC। ਅੱਜ ਮੋਗੇ ਦੇ ਵਿੱਚ ਕਾਮਰੇਡ ਨਛੱਤਰ ਧਾਲੀਵਾਲ ਦੀ ਸ਼ਹਾਦਤ ਦਾ 34ਵੀਂ ਵਰਸੀ ਰੋਡਵੇਜ਼ ਦੇ ਸਾਥੀਆਂ ਵੱਲੋਂ ਬੜੇ ਉਤਸ਼ਾਹ ਨਾਲ ਤੇ ਵੱਡੇ ਪੈਮਾਨੇ ਤੇ ਮਨਾਈ ਜਾ ਰਹੀ, ਜਿਹਦੇ 'ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁਲਾਜ਼ਮ, ਮਜ਼ਦੂਰ ਔਰ ਔਰਤਾਂ, ਨੌਜਵਾਨ ਤੇ ਹੋਰ ਮਿਹਨਤਕਸ਼ ਲੋਕ ਇਹਦੇ ਸ਼ਾਮਲ ਹੋਏ ਨੇ। ਔਰ ਇਸ ਮਹਾਨ ਆਗੂ ਦੀ ਪ੍ਰਸਿੱਧੀ ਇੰਨੀ ਹੈ ਸਾਰੇ ਹਿੰਦੁਸਤਾਨ ਤੱਕ ਔਰ ਪੰਜਾਬ ਦੇ ਵਿੱਚ ਵਿਸ਼ੇਸ਼ ਕਰਕੇ ਵੀ ਵੱਡੇ ਵੱਡੇ ਆਗੂ ਵੀ ਇੱਥੇ ਕੁੱਲ ਹਿੰਦ ਏਟਕ ਦੇ ਵਿਦਿਆਸਾਗਰ ਵੀ ਇੱਥੇ ਆਏ ਨੇ। ਪੰਜਾਬ ਦੀ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ, ਜਿਹੜੇ ਕਮਿਊਨਿਸਟ ਪਾਰਟੀ ਦੇ ਸੈਕਟਰੀ ਨੇ ਪੰਜਾਬ ਦੇ, ਉਹ ਵੀ ਇੱਥੇ ਮੌਜੂਦ ਨੇ। ਕਾਮਰੇਡ ਜਗਰੂਪ ਸਿੰਘ, ਜਿਹੜੇ ਕੌਮੀ ਕੌਂਸਲ ਮੈਂਬਰ ਨੇ CPI ਦੇ, ਔਰ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਜਿਹੜੇ ਸਰਪ੍ਰਸਤ ਨੇ, ਉਹ ਆਗੂ ਇੱਥੇ ਨੇ। ਔਰ ਗੁਰਦੀਪ ਮੋਤੀ ਵਿਸ਼ੇਸ਼ ਕਰਕੇ ਕੈਨੇਡਾ ਤੋਂ ਇੱਥੇ ਪਹੁੰਚੇ ਨੇ, ਔਰ ਹੋਰ ਸਟੇਟ ਪੱਧਰ ਦੇ ਜਥੇਬੰਦੀਆਂ ਦੇ ਆਗੂ ਵੀ ਇੱਥੇ ਮੌਜੂਦ ਨੇ। ਔਰ ਨੌਜਵਾਨਾਂ ਦੇ ਆਗੂ ਵਿੱਕੀ ਮਹੇਸ਼ਰੀ ਔਰ ਕਾਮਰੇਡ ਸੁਖਜਿੰਦਰ ਮਹੇਸ਼ਰੀ, ਜਿਹੜੇ ਯੂਥ ਦੇ ਕੁੱਲ ਹਿੰਦ ਆਗੂ ਨੇ, ਕੁਲਦੀਪ ਭੋਲਾ ਜੀ, ਜਿਹੜੇ ਮੋਗੇ ਦੇ ਜਾਣੇ ਪਛਾਣੇ ਆਗੂ ਨੇ, ਉਹ ਸਾਰੇ ਆਗੂ ਦੀ ਟੀਮ ਇੱਥੇ ਮੌਜੂਦ ਹੈ। ਅੱਜ ਜਿਸ ਮੌਕੇ ਤੇ ਹਰ ਸਾਲ ਜਦੋਂ ਅਸੀਂ ਇਹ ਵਰਸੀ ਮਨਾਉਂਦੇ ਹਾਂ ਤਾਂ ਲਾਜ਼ਮੀ ਤੌਰ ਤੇ ਜਿਸ ਤਰ੍ਹਾਂ ਦੇ ਲੋਕ ਸੱਤਾ ਦੇ ਉੱਤੇ ਕਾਬਜ਼ ਹੁੰਦੇ ਨੇ, ਉਹ ਸੱਤਾ ਕੋਈ ਮਜ਼ਦੂਰਾਂ ਦੇ ਧਿਰ ਦੀ ਜਾਂ ਲੋਕ ਪੱਖੀ ਸੱਤਾ ਨਹੀਂ ਅਸੀਂ ਹੰਢਾ ਰਹੇ। ਹਰ ਵਰੇ ਨਵੀਆਂ ਤੋਂ ਨਵੀਆਂ ਚੁਣੌਤੀਆਂ ਸਾਡੇ ਸਨਮੁਖ ਹੁੰਦੀਆਂ ਨੇ। ਮੋਦੀ ਰਾਜ ਦੇ ਵਿੱਚ ਜਾਂ ਜੋ ਪੋਲੀਟਿਕਸ ਦਾ ਇਸ ਵੇਲੇ ਹਾਲ ਹੋ ਰਿਹਾ ਹੈ, ਤਾਂ ਉਹ ਸਭ ਤੋਂ ਵੱਡੇ ਹਮਲੇ ਨੇ ਜਿਹੜੇ ਉਹ ਕਿਰਤੀਆਂ ਦੀ ਧਿਰ ਦੇ ਉੱਤੇ, ਮਜ਼ਦੂਰਾਂ ਦੇ ਉੱਤੇ, ਗਰੀਬ ਲੋਕਾਂ ਦੀ ਉਪਜੀਵਕਾ ਦੇ ਉੱਤੇ ਹੋ ਰਹੇ ਨੇ। ਲੋਕਾਂ ਦੀ ਜੇਬ 'ਚੋਂ ਪੈਸਾ ਨਿਕਲ ਕੇ ਕਾਰਪੋਰੇਟਾਂ ਦੇ ਵੱਡੇ ਧਨੀਆਂ ਦੀ ਜੇਬ ਦੇ ਵਿੱਚ ਜਾ ਰਿਹਾ ਹੈ, ਜਿਹਦਾ ਸਿੱਟਾ ਹੈ ਵੀ ਹਿੰਦੁਸਤਾਨ ਦੇ ਲੋਕ ਬਹੁਤ ਵੱਡੀ ਗਿਣਤੀ 40 ਕਰੋੜ ਤੋਂ ਵੱਧ ਦੀ ਗਿਣਤੀ ਜਿਹੜੀ ਗਰੀਬੀ ਰੇਖਾ ਤੋਂ ਥੱਲੇ ਚਲੀ ਗਈ। ਔਰ ਬੇਰੁਜ਼ਗਾਰਾਂ ਦੀ ਦਸ਼ਾ ਇਹ ਹੈ ਵੀ ਇਕੱਲੇ ਪੰਜਾਬ ਦੇ ਵਿੱਚ, ਜਿਹਦੀ ਵਸੋਂ 3 ਕਰੋੜ ਦੀ ਵਸੋਂ ਹੈ, 1 ਕਰੋੜ ਤੋਂ ਵੱਧ ਨੌਜਵਾਨ ਅਤੇ ਹੋਰ ਲੋਕ ਬਿਨਾਂ ਰੁਜ਼ਗਾਰ ਤੋਂ ਇੱਥੇ ਇਸ ਧਰਤੀ ਦੇ ਉੱਤੇ ਵੀ ਬੇਕਾਰੀ ਦਾ ਇੱਕ ਤਰ੍ਹਾਂ ਦਾ ਸੰਤਾਪ ਹੰਢਾ ਰਹੇ ਨੇ, ਜਿਹਦਾ ਸਿੱਟਾ ਹੈ ਵੀ ਇਹਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੀਆਂ ਸਮਾਜਿਕ ਅਲਾਮਤਾਂ, ਨਸ਼ੇ ਦੀਆਂ, ਖੁਦਕਸ਼ੀਆਂ, ਚੋਰੀਆਂ, ਡਾਕੇ, ਹੋਰ ਇਸ ਤਰ੍ਹਾਂ ਦੀ ਜਾਂ ਗਲਤ ਰਾਹਾਂ ਦੇ ਉੱਤੇ ਚੱਲਣ ਦਾ, ਜਿਵੇਂ ਕੋਈ ਗਰਮ ਖਿਆਲੀ ਤਾਕਤਾਂ ਇਹਨਾਂ ਨੂੰ ਵਰਗਲਾਉਣ ਦੀ ਤਾਕ ਦੇ ਵਿੱਚ ਰਹਿ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਪਾਸੇ ਆਪਦਾ ਰਾਜਨੀਤਿਕ ਤਾਣਾ ਬਾਣਾ ਸਿੱਧਾ ਰੱਖਣ ਵਾਸਤੇ ਸਮਾਜ ਦੇ ਵਿੱਚ ਫੁੱਟ ਪਾਉਣ ਦਾ ਕੰਮ ਵੀ ਉਹਦੀ ਵਰਤੋਂ ਦੀ ਕੋਸ਼ਿਸ਼ ਵੀ ਹੋ ਰਹੀ ਹੈ। ਇਸੇ ਤਰ੍ਹਾਂ ਟ੍ਰੇਡ ਯੂਨੀਅਨ ਦਾ ਬਹੁਤ ਵੱਡਾ ਮਸਲਾ ਕੀ ਹੈ, ਦੇਸ਼ ਦੀ ਮਸਲਾ, ਜਿਹੜੀ ਦੇਸ਼ ਦੀ ਜਨਤਕ ਮਾਲਕੀ ਵਾਲਾ ਪਬਲਿਕ ਸੈਕਟਰ ਹੈ, ਜਿਹਨੂੰ ਕੌਡੀਆਂ ਦੇ ਭਾਅ ਵੇਚ ਕੇ ਇੱਕ ਤਰ੍ਹਾਂ ਦਾ ਉਹ ਪ੍ਰਾਈਵੇਟਾਂ ਦੇ ਹਵਾਲੇ ਕਰ ਦਿੱਤਾ ਗਿਆ। ਜਿਵੇਂ ਸਮਾਜਿਕ ਮਾਲਕੀ, ਜਿਹਨੂੰ ਮਜ਼ਦੂਰ ਵਰਗ ਆਪਣੀ ਮਾਲਕੀ ਸਮਝਦਾ ਸੀ, ਜਿੱਥੇ ਉਹ ਅੱਗੇ ਰੁਜ਼ਗਾਰ ਸਿਰਜਣ ਦੇ ਵੀ ਮੌਕੇ ਪੈਦਾ ਕਰਦਾ ਸੀ, ਔਰ ਉਹਨੇ ਦੇਸ਼ ਦੀ ਤਰੱਕੀ ਦੇ ਵਿੱਚ ਵੀ ਇੱਕ ਅਹਿਮ ਯੋਗਦਾਨ ਪਾਇਆ। ਜਿਹੜਾ ਦੇਸ਼ 1956 ਤੱਕ ਇੱਕ ਪੁਲਾਂਘ ਨਹੀਂ ਪੱਟ ਸਕਿਆ ਸੀ, 1956 ਦੇ ਵਿੱਚ ਜਦੋਂ ਜਵਾਹਰ ਲਾਲ ਨਹਿਰੂ ਨੇ ਇੰਡਸਟਰੀਅਲ ਚਾਰਟਰ ਰੈਜ਼ੋਲੂਸ਼ਨ ਲਿਆ ਕੇ ਪਬਲਿਕ ਸੈਕਟਰ ਦਾ ਉਥਾਨ ਕੀਤਾ ਤੇ ਮਿਕਸਡ ਇਕਨੋਮੀ ਦਾ ਕਨਸੈਪਟ ਲੈ ਕੇ ਆਏ, ਤਾਂ ਵੱਡੇ ਵੱਡੇ ਧੜਵੈਲ ਕਾਰਖਾਨੇ ਜਿਹੜੇ ਪਬਲਿਕ ਸੈਕਟਰ ਦੇ ਵਿੱਚ ਲੱਗੇ, ਤਾਂ ਪਿੰਡਾਂ ਤੱਕ ਵੀ ਉਹਦਾ ਅਸਰ ਪਿਆ ਤੇ ਰੁਜ਼ਗਾਰ ਲੋਕਾਂ ਨੂੰ ਬਹੁਤ ਵੱਡੇ ਪੱਧਰ ਤੇ ਮਿਲਿਆ, ਔਰ ਚੰਗੀ ਤਨਖਾਹਾਂ ਦੇ ਢਾਂਚੇ ਵੀ ਚੰਗੇ ਬਣੇ, ਔਰ ਦੇਸ਼ ਨੇ ਤਰੱਕੀ ਕੀਤੀ। ਵੱਡੇ ਵੱਡੇ ਪੁਲ, ਡੈਮ, ਸੜਕਾਂ, ਬਿਜਲੀ, ਟੈਲੀਫੋਨ, ਵਿਕਾਸ, ਚੌਤਰਫਾ ਵਿਕਾਸ ਹੋਇਆ, ਔਰ ਸਸਤੀ ਵਿੱਦਿਆ, ਸਿਹਤ, ਇਹ ਕਾਫੀ ਕੁਛ ਮਤਲਬ ਭਾਵੇਂ ਉਦੋਂ ਵੀ ਸਾਨੂੰ ਬਹੁਤ ਸਾਰੇ ਇਤਰਾਜ਼ ਸੀਗੇ ਵੀ ਜਿਸ ਕਿਸਮ ਦੇ ਥੱਲੇ ਵਾਲੇ ਤਬਕੇ ਨੂੰ ਲਾਭ ਪਹੁੰਚਣੇ ਚਾਹੀਦੇ ਨੇ, ਜਾਂ ਸਰਮਾਏ ਦੀ ਸਾਂਝੀ ਵੰਡ ਹੋ ਕੇ ਖੁਸ਼ਹਾਲੀ ਹੋਰ ਜ਼ਿਆਦਾ ਆਉਣੀ ਚਾਹੀਦੀ ਹੈ, ਪਰ ਅੱਜ ਤਾਂ ਉਹ 1991 ਤੋਂ ਬਾਅਦ ਜੋ ਨੀਤੀਆਂ ਦੇ ਵਿੱਚ ਬਦਲਾਅ ਆਉਂਦਾ ਹੈ, ਜਿਹਦੀ ਚਰਮ ਸੀਮਾ ਇਸ ਵੇਲੇ ਵੀ ਟੋਟਲ ਹਿੰਦੁਸਤਾਨ ਇੱਕ ਤਰ੍ਹਾਂ ਦਾ ਜਿਵੇਂ ਕਹਿ ਵੀ ਵਿਕਾਊ ਕਰ ਦਿੱਤਾ ਗਿਆ। ਹਰ ਚੀਜ਼ ਵੇਚੀ ਜਾ ਰਹੀ ਹੈ, ਔਰ ਲੋਕਾਂ ਦੀ ਕਾਰਪੋਰੇਟਾਂ ਨੇ ਇੱਕ ਤਰ੍ਹਾਂ ਦੀ ਛਿੱਲ ਲਾਤੀ ਆਪਣੇ ਮੁਨਾਫੇ ਦੀ ਹਵਸ ਦੇ ਵਿੱਚ। ਔਰ ਲੋਕਾਂ ਦੇ ਰੋਹ ਤੋਂ ਬਚਣ ਵਾਸਤੇ, ਜਦੋਂ ਲੋਕਾਂ ਦੇ ਗ੍ਰੀਵੈਂਸਿਸ ਨੇ ਜਿਹੜੇ ਐਡਰੈਸ ਨਹੀਂ ਹੁੰਦੇ, ਤਾਂ ਇਸ ਵੇਲੇ ਦੇਸ਼ ਨੂੰ ਧਰਮ, ਜਾਤ, ਮਜ਼ਹਬਾਂ ਦੇ ਨਾਂ ਦੇ ਉੱਤੇ, ਖਿੱਤਿਆਂ ਦੇ ਨਾਂ ਦੇ ਉੱਤੇ ਇਸ ਤਰ੍ਹਾਂ ਵੰਡਣ ਦੀ ਜਿਹੜੀ ਬਹੁਤ ਵੱਡੀ ਕੋਸ਼ਿਸ਼ ਹੋ ਰਹੀ ਹੈ, ਔਰ ਬੜੀ ਬੇਸ਼ਰਮੀ ਦੇ ਨਾਲ ਇੰਸਟੀਟਿਊਸ਼ਨ ਨੇ, ਜਿਹੜੇ ਡੈਮੋਕ੍ਰੈਟਿਕ ਅਦਾਰੇ ਨੇ, ਜਿਹੜੇ ਕਨਸਟੀਟਿਊਸ਼ਨਲ ਅਦਾਰੇ ਨੇ, ਜਿਹੜੇ ਉਹਨਾਂ ਨੂੰ ਕਿਵੇਂ RSS ਦੇ ਹਵਾਲੇ ਕਰਕੇ ਇੱਕ ਤਰ੍ਹਾਂ ਦਾ ਖੁੱਲ੍ਹਾ ਨੰਗਾ ਨਾਚ ਹੋ ਰਿਹਾ ਹੈ। ਇੱਕ ਤਰ੍ਹਾਂ ਦੇ ਸਮਾਜ ਨੂੰ, ਜੇ ਮੁਸਲਿਮ ਸਮਾਜ ਨੂੰ ਕਹਿ ਲਈਏ, ਤਾਂ ਉਹਨਾਂ ਦੇ ਨਿੱਕੇ ਜੇ ਕਿਸੇ ਕ੍ਰਾਈਮ ਨੂੰ ਵੀ ਵੱਡਾ ਬਣਾ ਕੇ ਪੇਸ਼ ਕਰਕੇ ਉਹਨਾਂ ਦੀਆਂ ਸਜ਼ਾਵਾਂ ਨਿਸ਼ਚਿਤ ਹੋ ਜਾਂਦੀਆਂ ਨੇ।
जे कोई संघियां का लाना पाना या सरकार पक्षी लाना पाना कोई बड़े जुल्म भी करता है तो उन्होंने गवाहियां ਜਾਂ ਉਹਨਾਂ ਦੇ FIR ਕਮਜ਼ੋਰ ਕਰਕੇ ਨਿਆਂ ਦੀ ਪ੍ਰਣਾਲੀ ਨੂੰ ਵੀ ਇਸ ਵੇਲੇ ਵਰਤਿਆ ਜਾ ਰਿਹਾ ਤੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਨਿਆਂ ਪ੍ਰਣਾਲੀ ਤੋਂ ਵੀ ਭਰੋਸਾ ਉੱਠਣ ਵਾਲੀ ਗੱਲ ਹੈ। ਗਵਰਨਰਾਂ ਤੱਕ ਹੋਰ ਸਾਰੇ ਇਸ ਤਰ੍ਹਾਂ ਦੇ ਅਦਾਰਿਆਂ ਦੇ ਉੱਤੇ ਜੋ ਇਸ ਤਰ੍ਹਾਂ ਕਬਜ਼ਾ ਕਰਕੇ ਦੇਸ਼ ਦਾ ਇੱਕ ਮੈਂ ਸਮਝਦਾ ਉਹਨਾਂ ਨੇ ਮੁਹਾਨ ਹੀ ਮੋੜਤਾ ਤੇ ਇਹ 2024 ਦੀਆਂ ਚੋਣਾਂ ਤੱਕ ਮੇਰਾ ਖਿਆਲ ਅਸੀਂ ਸੁਚੇਤ ਕਰ ਰਹੇ ਹਾਂ ਜਨਤਾ ਨੂੰ ਔਰ ਇਸ ਵੱਡੇ ਇਕੱਠ ਦੇ ਵਿੱਚ ਵੀ ਸਾਰੇ ਆਗੂ ਸਾਡੇ ਸੁਚੇਤ ਕਰ ਰਹੇ ਵੀ ਜੇ ਇਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਕਾਊਂਟਰ ਨਾ ਕੀਤਾ ਗਿਆ ਰੁਜ਼ਗਾਰ ਸਿਰਜਣ ਦੀ ਰੁਜ਼ਗਾਰ ਬਚਾਉਣ ਦੀ ਪਬਲਿਕ ਸੈਕਟਰ ਬਚਾਉਣ ਦੀ ਔਰ ਸਮਾਜ ਦੇ ਵਿੱਚ ਜਿਹੜਾ ਇੱਕ ਖਤਰਨਾਕ ਸਾਜ਼ਿਸ਼ਾਂ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੇਰੇ ਖਿਆਲ ਦੇ ਸਿੱਟੇ ਬਹੁਤ ਭਿਆਨਕ ਨਿਕਲਣਗੇ ਔਰ ਇਸੇ ਗੱਲ ਵਾਸਤੇ ਅਸੀਂ ਸੁਚੇਤ ਕਰ ਰਹੇ ਹਾਂ। ਇਸੇ ਤਰ੍ਹਾਂ ਮੁਲਾਜ਼ਮਾਂ ਮਜ਼ਦੂਰਾਂ ਦੇ ਮਸਲੇ ਨੇ ਜਿਹੜੇ ਮਿਨੀਮਮ ਵੇਜ ਦਾ ਮਸਲਾ ਅਸੀਂ 26,000 ਦੀ ਡਿਮਾਂਡ ਕਰ ਰਹੇ ਹਾਂ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਗੱਲ ਕਰ ਰਹੇ ਹਾਂ ਔਰ ਪੰਜਾਬ ਦੇ ਪੇ ਕਮਿਸ਼ਨ ਦੇ ਵਿੱਚ ਜਿਹੜੀਆਂ ਤਰੁੱਟੀਆਂ ਰੱਖੀਆਂ ਗਈਆਂ ਨੇ ਉਹ ਤਰੁੱਟੀਆਂ ਦੂਰ ਕਰਨ ਦੀ ਗੱਲ ਕਰ ਰਹੇ ਹਾਂ ਔਰ ਇਸੇ ਤਰ੍ਹਾਂ ਹੀ ਅਸੀਂ ਜਿਹੜੀਆਂ ਸਹੂਲਤਾਂ ਨੇ ਜਿਹੜਾ ਲਤਾੜਿਆ ਵਰਗ ਹੈ ਵੀ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਜਾਂ ਉਹਨਾਂ ਦੀ ਪੈਨਸ਼ਨ ਦੇ ਵਿੱਚ ਵਾਧਾ ਹਰ ਬੰਦੇ ਦੇ ਰੁਜ਼ਗਾਰ ਦਾ ਖਿਆਲ ਰੱਖਿਆ ਜਾਏ ਮਹਿੰਗਾਈ ਕੰਟਰੋਲ ਕਰਨ ਦੀ ਗੱਲ ਹੈ। ਸੋ ਇਸ ਤਰ੍ਹਾਂ ਦਾ ਸਾਰਾ ਕੁਝ ਅੱਜ ਇਸ ਸਟੇਜ ਦੇ ਉੱਤੇ ਜਿਹੜੀ ਚਰਚਾ ਦਾ ਵਿਸ਼ਾ ਹੋ ਰਿਹਾ ਔਰ ਸਾਨੂੰ ਉਮੀਦ ਹੈ ਵੀ ਕਾਫੀ ਲੋਕ ਜਿਸ ਸ਼ਿੱਦਤ ਦੇ ਨਾਲ 3 ਵਜੇ ਤੱਕ ਵੀ ਸੁਣ ਰਹੇ ਨੇ ਤੇ ਕਾਫੀ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਇੱਕ ਉਹ ਸਾਰਾ ਜਿਹੜਾ ਸੰਤਾਪ ਹੰਢਾ ਰਹੇ ਨੇ ਔਰ ਜਿਹੜਾ ਭਵਿੱਖ ਦਾ ਭੈ ਹੈ ਉਹ ਸਪਸ਼ਟ ਝਲਕਦਾ ਹੈ। ਇੱਥੋਂ ਲੱਗਦਾ ਸਾਨੂੰ ਵੀ ਬਹੁਤ ਵੱਡੀ ਲਾਮਬੰਦ ਲੋਕ ਤਿਆਰੀ ਕਰਨਗੇ। ਅੱਜ ਨਛੱਤਰ ਸਿੰਘ ਧਾਲੀਵਾਲ ਦੀ ਬਰਸੀ ਮਨਾ ਰਹੇ ਹਾਂ, ਇਹਦੇ ਵਿੱਚ ਤੁਹਾਡਾ ਅੱਜ ਦਾ ਕੀ ਪ੍ਰਯੋਜਨ ਹੈ, ਕੀ ਆਪਾਂ ਕਹਿਣਾ ਚਾਹਾਂਗੇ ਇਹਦੇ ਬਾਰੇ? ਦੇਖੋ ਜੀ, ਨਛੱਤਰ ਸਿੰਘ ਧਾਲੀਵਾਲ ਸਾਡੇ ਉਸ ਮੌਕੇ 'ਚ ਸ਼ਹੀਦ ਕੀਤੇ ਗਏ ਜਦੋਂ ਪੰਜਾਬ ਜੂਝ ਰਿਹਾ ਸੀ ਸਾਡੇ ਦੇਸ਼ ਦੀ ਏਕਤਾ ਵਾਸਤੇ, ਅਖੰਡਤਾ ਵਾਸਤੇ, ਪੰਜਾਬ ਦੇ ਲੋਕਾਂ ਦੀ ਏਕਤਾ ਵਾਸਤੇ, ਲਾਲੂਆਂ ਦੇ ਸਿਰ ਉੱਚਾ ਕਰਨ ਦੇ ਵਾਸਤੇ, ਲਾਲੂਆਂ ਦੀਆਂ ਮੰਗਾਂ ਦੇ ਵਾਸਤੇ। ਉਸ ਸਮੇਂ ਸਾਡੀਆਂ ਕਾਲੀਆਂ ਤਾਕਤਾਂ ਨੇ ਸਾਡੇ ਬਹੁਤ ਵੱਡੇ ਆਗੂ, ਸਾਡੇ ਮਹਿਬੂਬ ਆਗੂ ਨੂੰ ਸ਼ਹੀਦ ਕਰ ਦਿੱਤਾ। ਅੱਜ ਪਰਿਸਥਿਤੀਆਂ ਇਹੀ ਆ, ਮੁੜ ਕੇ ਫੇਰ ਇਹ ਪੰਜਾਬ ਨੂੰ ਜਿਹੜਾ ਅਸੀਂ ਪੰਜਾਬ 'ਚ ਬਹੁਤ ਸਾਰੇ ਸੰਤਾਪ ਹੰਢਾਏ ਹੈ। ਪਾਕਿਸਤਾਨ ਦੇ ਵੇਲੇ ਤਾਂ ਸੀ ਸਾਡੀਆਂ ਦੋਵੇਂ ਪੰਜਾਬਾਂ ਦੇ ਵਿੱਚ ਅਸੀਂ ਪਰਿਵਾਰ ਵੱਡੇ ਸਾਡੇ ਕੁਰਬਾਨੀ ਹੋਏ ਸ਼ਹੀਦਾਂ ਹੋਈਆਂ। ਪਾਕਿਸਤਾਨ ਦੀ ਜੰਗ ਵੇਲੇ ਤਾਂ ਅਸੀਂ ਮਾਰੇ ਗਏ ਪੰਜਾਬੀ, ਬਹੁਤ ਸਾਰੇ ਨੁਕਸਾਨ ਉੱਜੜੇ ਅਸੀਂ। ਚੀਨ ਦੀ ਲੜਾਈ ਵੇਲੇ ਤਾਂ ਹੋਏ। ਅੱਤਵਾਦੀ ਦੌਰ 'ਚ ਅਸੀਂ 30,000 ਲੋਕ ਸਾਡੇ ਸ਼ਹੀਦ ਹੋ ਗਏ। ਸਾਨੂੰ ਅਫਸੋਸ ਹੈ ਇਸ ਗੱਲ ਦਾ ਕਿ ਸਾਡੇ ਅੱਜ ਪੰਜਾਬ ਦੇ ਕੁਝ ਧਾਰਮਿਕ ਆਗੂ ਜਿਹੜੇ ਹੈ ਉਹ ਸਾਡੇ ਗੁਰੂਆਂ ਦੇ ਰਸਤੇ 'ਚੋਂ ਭਟਕਦੇ ਹੋਏ ਇਹ ਨਾਅਰਾ ਦੇ ਰਹੇ ਹੈ, ਖਾਲਸਾ ਦੀ ਗੱਲ ਕਰ ਰਹੇ ਹੈ ਜਾਂ ਇਹ ਕਹਿ ਰਹੇ ਹੈ ਸਿੱਖਾਂ ਨੂੰ ਹਥਿਆਰਬੰਦ ਹੋਣਾ ਚਾਹੀਦਾ ਹੈ। ਅਸੀਂ ਉਹਨਾਂ ਨੂੰ ਬੇਨਤੀ ਬੜੇ ਪਿਆਰ ਦੇ ਨਾਲ ਸਦਭਾਵਨਾ ਨਾਲ ਕਰਾਂਗੇ ਵੀ ਸਾਡੇ ਗੁਰੂਆਂ ਦਾ ਜਿਹੜਾ ਸੰਦੇਸ਼ ਸੀ ਅਮਨ ਦਾ, ਸ਼ਾਂਤੀ ਦਾ, ਪ੍ਰੇਮ ਦਾ, ਉਸ ਤੇ ਪਹਿਰਾ ਦੇਣ, ਸਾਰੇ ਪੰਜਾਬੀਆਂ ਦੀ ਏਕਤਾ ਦੀ ਗੱਲ ਕਰਨ ਔਰ ਇਹ ਵੀ ਗੱਲ ਕਰਨ ਕਿ ਸਾਡੇ ਪੰਜਾਬ ਦੇ ਉੱਤੇ ਕੇਂਦਰ ਦੀ ਸਰਕਾਰ ਵੱਲੋਂ ਬੜਾ ਵੱਡਾ ਹਮਲਾ ਹੈ ਔਰ ਧਾਰਮਿਕ ਕੱਟੜਵਾਦ ਦਾ ਹਮਲਾ ਹੈ। ਅਸੀਂ ਪੰਜਾਬ ਦੇ ਫੈਡਰਲ ਢਾਂਚੇ ਨੂੰ ਬਚਾਈਏ, ਪੰਜਾਬ ਦੀ ਕਲਾ ਨੂੰ, ਪੰਜਾਬ ਦੀ ਯੂਨੀਵਰਸਿਟੀਆਂ ਨੂੰ ਬਚਾਈਏ, ਪੰਜਾਬ ਦੀ ਵਿੱਦਿਆ ਨੂੰ ਬਚਾਈਏ, ਪੰਜਾਬ ਦੇ ਪਾਣੀਆਂ ਨੂੰ ਬਚਾਈਏ, ਪੰਜਾਬ ਦੇ ਹੱਕਾਂ ਨੂੰ ਬਚਾਈਏ। ਸਾਡਾ ਲੜਾਈ ਇਹ ਬਣਦੀ ਹੈ, ਸਮੁੱਚੀ ਸਰਕਾਰ ਹੋਵੇ ਭਾਵੇਂ ਆਪੋਜੀਸ਼ਨ ਪਾਰਟੀਆਂ ਹੋਵੇ, ਸਾਂਝੇ ਤੌਰ ਤੇ ਕੇਂਦਰ ਨਾਲ ਸਾਨੂੰ ਲੜਨਾ ਚਾਹੀਦਾ ਆਪਣੇ ਹੱਕਾਂ ਦੀ ਵਾਸਤੇ, ਫੁੱਟ ਨਹੀਂ ਪਾਉਣੀ ਚਾਹੀਦੀ। ਇਹ ਉਹਨਾਂ ਦੀ ਸ਼ਹਾਦਤ ਤੋਂ ਅਸੀਂ ਪੰਜਾਬ ਦੇ ਲੋਕਾਂ ਨੂੰ ਮੁੜ ਕੇ ਫੇਰ ਸ਼ਹਾਦਤ ਜਿਹਦੇ ਕਾਜ਼ ਵਾਸਤੇ ਉਹਨਾਂ ਨੇ ਸਾਡੀ ਸ਼ਾਂਤੀ ਵਾਸਤੇ, ਪੰਜਾਬ ਦੀ ਪ੍ਰਗਤੀ ਵਾਸਤੇ, ਲਾਲੂਆਂ ਦਾ ਸਿਰ ਉੱਚਾ ਕਰਨ ਵਾਸਤੇ ਬਣਾਈ ਸੀ, ਉਸੇ ਕਾਜ਼ ਨੂੰ ਅਸੀਂ ਪਹਿਰਾ ਦਿੰਦੇ ਹੋਏ ਅਸੀਂ ਅੱਗੇ ਵਧਾਂਗੇ। गिरी जी, आप आज नछत्तर सिंह धालीवाल की बरसी पर आए हो, क्या कहना चाहोगे? कहना यही चाहेंगे हम, नछत्तर सिंह धालीवाल की जो शहादत थी तो उग्रवादियों ने उनकी जिस तरह से हत्या की, इससे एक सबक सीखने की जरूरत है कि नछत्तर सिंह धालीवाल मजदूर वर्ग के लीडर थे, मेहनत कश लोगों के आवाज थे। उनके लिए जब तक जिए वो संघर्ष करते रहे। उनकी शहादत मजदूर वर्ग पर, मजदूर वर्ग के अधिकार पर हमला था। मजदूर वर्ग के अधिकार को, उनकी आवाज को दबाने के लिए उग्रवादियों, आतंकवादियों का हमला था। यह अलग मामला है कि उस समय खालिस्तान के नाम पर
जो अतिवादी आंदोलन चल रहा था, उग्रवादी आंदोलन चल रहा था, वह जानते थे कि मजदूर किसान उनके साथ नहीं है, क्योंकि उनकी खालिस्तानियों का उद्देश्य मजदूरों के हित में नहीं बल्कि सरमाएदारों के लिए, सरमाएदारों के एजेंट के रूप में वह काम करते थे। इसीलिए उनके लिए सबसे बड़े अवरोधक, मार्ग में रुकावट माने जाते थे नक्षत्र सिंह धालीवाल, जो मजदूर आंदोलन का नेतृत्व करते थे। और आज जब हम नक्षत्र सिंह धालीवाल की शहादत दिवस पर आए हैं तो और भी एक बहुत बड़ी चुनौती है। आज जब हम नक्षत्र सिंह धालीवाल का शहादत दिवस यहाँ मना रहे हैं तो आज ऐसी स्थिति में हमारा देश है कि मजदूर वर्ग पर सबसे ज्यादा हमला हो रहा है। देश के मजदूरों को 200 साल में जो लड़कर जितने हम कानून बनवाए थे मजदूरों के पक्ष में, वह सारे कानून कोरोना काल के बंदिश में मोदी सरकार ने खत्म कर दिया। 200 सालों में जो अधिकार लड़के मजदूरों ने हासिल किया, वह अधिकार, वह कानून रिपील कर दिए गए, खत्म कर दिए गए। हर चारों तरफ से सरकार की जो नीतियां हैं वर्तमान सरकार की, वह मजदूरों पर हमले की है, किसानों पर हमले की है, जिसके पक्ष में नक्षत्र सिंह धालीवाल संघर्ष कर रहे थे। इसलिए आज जब उनकी शहादत दिवस हम मना रहे हैं तो हमें संकल्प लेना है कि जिन उद्देश्यों के लिए नक्षत्र सिंह धालीवाल काम करते रहे, उस पर आज आतंकवादी हमला तो हमारे नक्षत्र सिंह धालीवाल को एक व्यक्ति के रूप में उनकी शहादत दिया, लेकिन आज संपूर्ण मजदूर वर्ग पर खूंखार हमले मोदी जी में हो रहा है और चौतरफा हमला है, न सिर्फ मजदूर वर्ग पर, न सिर्फ किसान पर, बल्कि देश के आजादी पर, जनतंत्र पर, भारत के संविधान पर, भारत की आर्थिक व्यवस्था पर चौतरफा हमला हो रहा है, जिसके खिलाफ नक्षत्र सिंह धालीवाल एक समता मूलक समाज बनाने के लिए सपना लेकर काम कर रहे थे। नक्षत्र सिंह धालीवाल भगत सिंह की शहादत की परंपरा को आगे बढ़ाते हुए मजदूर किसानों की तहरीक स्थापित करने के लिए संघर्ष करते रहे। अपने एक कर्मचारी के रूप में, एक मजदूर के रूप में जिंदगी शुरू करते हुए वह बुल्गारिया गए, सोफिया गए, वहां दुनिया की मजदूर आंदोलन से भी सीख लेकर आकर और समर्पित भाव से यहाँ काम कर रहे थे। उनको अतिवादियों ने, उग्रवादियों ने हत्या किया था। लेकिन आज जब हम शहादत दिवस मना रहे हैं तो हमारे सामने आज जो चुनौती है, पंजाब की जनता उन अतिवादियों को सफाया कर दिया। जिस अतिवादियों ने उनकी हत्या की, 15 MP चुने गए उनके, लेकिन वह 15 MP में आज एक भी MP उनके उपलब्ध पंजाब में नहीं है, कोई नहीं है अतिवादियों का। वैसा इसीलिए संभव हो सका कि यह जो तहरीक था मजदूर और किसानों का, वह समझ गया कि वह उनके लिए नहीं, मजदूरों किसान के लिए नहीं, बल्कि खास उद्देश्य के लिए काम करते थे, इसलिए उनका सफाया हो गया। आज स्थिति है कि मोदी सरकार जो 8 सालों से सत्ता में आई है, वह धर्म के नाम पर राजनीति करना शुरू किया। खालिस्तानी लोग भी दल खालसा उसी नाम पर बना रहे थे, जबकि वो धार्मिक नहीं थे। वह गुरु ग्रंथ साहिब का भी बहुत सम्मान नहीं करते थे, सिर्फ राजनीति करते थे। वह हमारे गुरुद्वारा के नाम पर या गुरु ग्रंथ साहिब के नाम पर हमारी जो परंपरा रही है, सिख इतिहास की परंपरा रही है, वह जनहित की परंपरा रही है। वह हमारा गुरु ग्रंथ साहिब का जो सीख था कि एक ही नूर तो सब जग उपजा, इसमें कोई मंदा नहीं है, कोई बड़ा नहीं है। लेकिन आज धर्म के नाम पर जो खालिस्तानी राजनीति कर रहा था, आज मोदी हिंदू धर्म के नाम पर राजनीति कर रहा है, उसी रास्ते पर चल रहा है। और इसका रास्ता सत्ता से चुन कर गया है। वो लोग हथियार से हमला कर रहे थे और यह सत्ता के बल पर हमला कर रहा है। इसलिए वर्तमान चुनौती बहुत गंभीर चुनौती है। आज जब हम आपसे बात कर रहे हैं तो अभी टीवी में न्यूज देखा कि ब्रिटेन की प्रधानमंत्री 45 दिन में ही अपना इस्तीफा दे दिया, इसलिए कि वह वादा पूरे नहीं कर सके। 8 साल से मोदी जिस
वादे के नाम पर, जिस घोषणा के नाम पर वोट लेकर गया, वो घोषणा क्या था कि हम 15 लाख रुपए काला धन लाकर लोगों के खाता में डाल देंगे, देश में प्रतिवर्ष 2 करोड़ लोगों को रोजगार देंगे, बहुत ही महंगाई की मार, अगली बार मोदी सरकार महंगाई मिटा देंगे, रुपए का मूल्य गिर रहा है। और मनमोहन सिंह को अब सब तक कहते थे कि उनके उम्र के हिसाब से रुपये का मूल्य हो रहा है, और आज क्या हो गया, 84 रुपए मूल्य हो गया आज हमारा रुपया का, $1 में 84 रुपया हो गया। महंगाई इतनी बढ़ गई है, कभी कल्पना नहीं किया था कि बच्चों के मुंह से दूध छीना जा रहा है, दूध पर टैक्स लगाया जा रहा है। अभी 4-4 रुपये 5-5 रुपये लीटर दूध का मूल्य बढ़ा दिया है कीमत, हर चीज की कीमतें बढ़ रही है, टैक्स जनता पर लादे जा रहे हैं और कॉर्पोरेट को छूट दिया जा रहा है। और सबसे खतरनाक बात तो है कि अभी कहा जाता है कि अमृतोत्सव मना रहा है, 75 साल देश की आज़ादी का हो गया, और इस 75 साल की आज़ादी में जितनी उपलब्धियां देश ने हासिल की थी, जितने संपदा देश की जनता का था, हमारे देश की जो खनिज संपदा हो, चाहे कारखाने में हो, प्रतिष्ठानों में हो, लाखों करोड़ की संपदा को कौड़ी के मूल्य में कॉर्पोरेट को याराना ढंग से लुटाया जा रहा है, पब्लिक सेक्टर को बेच रहा है, बर्बाद कर रहा है, और देश को कंपनी राज, जो अंग्रेजी राज था, वो कंपनी राज की तरफ ले जाया जा रहा है। ये बड़ी खतरनाक दौर है। इसलिए आर्थिक मोर्चे पर यह विध्वंसात्मक कार्रवाई कर रहा है, सामाजिक मोर्चे पर समाज में जहर घोला जा रहा है, एक धर्म दूसरे धर्म के खिलाफ में, खान पान पर, रीति रिवाज पर। हमारी बड़ी पुरानी परंपरा रही है, वसुधैव कुटुंबकम की परंपरा रही है कि पूरी दुनिया हमारा कुटुंब है। लेकिन आज हो क्या रहा है, आज हो रहा है कि आपस में ही देश के लोगों को लड़ाकर वोट की राजनीति की जा रही है। आज मोदी देखा टीवी में कि वह पूजा शंकर भगवान का कर रहे हैं, कहा केदारनाथ में, जबकि शंकर के भक्त नहीं है, वह भस्मासुर है। भस्मासुर भी शंकर का पुजारी था, शंकर से ही वरदान लेकर उसी को मारने दौड़ा तो भस्म हुआ था। उसी तरह से यह धर्म के नाम पर, धर्म का वेश धारण करके जनता को ठग करके, जनता से आशीर्वाद लेकर के सत्ता में गया और जनता का ही संहार कर रहा है, भस्मासुर के जैसा। इसलिए छलनी लोग हैं। इसलिए आज का संदेश यह है कि कॉमरेड निर्मल सिंह धालीवाल, कॉमरेड नक्षत्र सिंह धालीवाल का जो शहादत दिवस है, इस नक्षत्र सिंह धालीवाल के शहादत से हम प्रेरणा लें। उन्होंने जो बलिदान दिया है मजदूरों के लिए, किसानों के लिए, देश के लिए, समाजवाद के लिए और समतामूलक समाज बनाने के लिए कुर्बानी दिया है, वह उस पर और ज्यादा जो खतरा आ गया है उससे निपटने के लिए मजदूर किसान की एकता बनाई जाए, छात्र नौजवानों की एकता बनाई जाए और पूरी जनता मिलकर छद्मी धर्म के नाम पर उन्माद चढ़ाकर और सत्ता में काबिज रहने की जो कोशिश हो रही है उसको सत्ता से उखाड़ा जाए और मजदूर किसान के हित में, देश के हित में, जनतंत्र के हित में, संविधान रक्षा के हित में और हमारी जो साझी सांस्कृतिक विरासत रही है उसकी रक्षा के हित में अभियान चलाया जाए। यही आज का मुख्य उद्देश्य और मकसद है।